ਬੱਚਿਓ ਅੱਜ ਦੇ ਇਸ ਸੀਪੀਓ ਦੀ ਵਰਚੁਅਲ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਹੈ। ਸੋ ਜਿਹੜਾ ਸਾਡਾ ਅੱਜ ਦਾ ਟੌਪਿਕ ਹੈ ਡਿਸਕਸ਼ਨ ਦਾ ਉਹ ਹੈਗਾ ਹੈ ਆਧੁਨਿਕਤਾਵਾਦ ਜਾਂ ਮਾਡਰਨਿਜ਼ਮ। ਇਹਨੂੰ ਆਪਾਂ ਮਾਡਰਨਿਜ਼ਮ ਵੀ ਜਿਹੜਾ ਹੈ ਕਹਿੰਦੇ ਹਾਂ। ਸੋ ਇਹ ਜਿਹੜਾ ਟੌਪਿਕ ਤੁਹਾਡਾ ਹੈਗਾ ਹੈ ਸੈਕੰਡ ਯੂਨਿਟ ਦੇ ਵਿੱਚ ਹੈਗਾ ਹੈ ਔਰ ਇਹ ਇੱਕ ਬਹੁਤ ਇੰਪੋਰਟੈਂਟ ਟੌਪਿਕ ਹੈਗਾ ਹੈ। ਇਹਦੇ ਵਿੱਚੋਂ ਜਿਹੜਾ ਹੈ ਤੁਹਾਨੂੰ ਜਿਹੜਾ ਹੈ ਮੈਕਸਿਮਮ ਕੁਐਸਚਨਸ ਜਿਹੜੇ ਹੈ ਉਹ ਪੁੱਛੇ ਜਾਣਗੇ। ਸੋ ਅੱਜ ਦੀ ਡਿਸਕਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਮੈਂ ਕੱਲ ਤੁਹਾਨੂੰ ਲੈਕਚਰ ਡਿਲੀਵਰ ਕੀਤਾ ਸੀ, ਜੇ ਤੁਸੀਂ ਉਹ ਲੈਕਚਰ ਨਹੀਂ ਸੁਣਿਆ ਤੇ ਤੁਹਾਨੂੰ ਇਹ ਟੌਪਿਕ ਨਹੀਂ ਸਮਝ ਲੱਗ ਸਕਦਾ। ਸੋ ਮੈਂ ਤਾਂ ਤੁਹਾਨੂੰ ਜਿਹੜਾ ਹੈਗਾ ਹੈ ਬਾਰ-ਬਾਰ ਜਿਹੜਾ ਹੈਗਾ ਕਹਿ ਕੇ ਜਿਹੜਾ ਹੈਗਾ ਥੱਕ ਗਿਆ ਹੈਗਾ, ਪਰ ਤੁਸੀਂ ਮੇਰੀ ਗੱਲ ਦੀ ਕੋਈ ਉਹ ਜਿਹੜਾ ਹੈ ਕਦਰ ਨਹੀਂ ਕਰਦੇ ਜਾਂ ਤੁਸੀਂ ਮੇਰੀ ਗੱਲ ਜਿਹੜੀ ਹੈ ਨਹੀਂ ਮੰਨਦੇ। ਸੋ ਮੈਂ ਤਾਂ ਆਪਣਾ ਸਿਲੇਬਸ ਖਤਮ ਕਰਨਾ ਹੈਗਾ, ਤੁਸੀਂ ਪੜ੍ਹਨਾ ਹੈ ਪੜ੍ਹੋ, ਨਹੀਂ ਪੜ੍ਹਨਾ ਹੈ ਨਾ ਪੜ੍ਹੋ। ਠੀਕ ਹੈ ਜੀ। ਹੁਣ ਜਿਹੜਾ ਤਿੰਨ ਜਿਹੜੇ ਸ਼ਬਦ ਹੈਗੇ ਹੈ ਉਹ ਇਸ ਟੌਪਿਕ ਨਾਲ ਰਿਲੇਟਡ ਨੇ, ਜਾਂ ਇਸ ਟੌਪਿਕ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਜਿਹੜਾ ਹੈਗਾ ਇਹਨਾਂ ਤਿੰਨਾਂ ਸ਼ਬਦਾਂ ਦੇ ਅਰਥ ਜਿਹੜੇ ਹੈ ਉਹ ਸਪਸ਼ਟ ਕਰਨੇ ਚਾਹੀਦੇ ਨੇ। ਪਹਿਲਾ ਸ਼ਬਦ ਹੈਗਾ ਮਾਡਰਨ, ਦੂਜਾ ਸ਼ਬਦ ਹੈਗਾ ਮਾਡਰਨਿਟੀ ਔਰ ਤੀਸਰਾ ਸ਼ਬਦ ਹੈਗਾ ਮਾਡਰਨ। ਹੁਣ ਜਿਹਨੂੰ ਆਪਾਂ ਆਧੁਨਿਕ ਕਹਿੰਦੇ, ਜਿਹੜਾ ਆਧੁਨਿਕ ਸ਼ਬਦ ਹੈ ਉਹ ਮਾਡਰਨਿਟੀ ਤੋਂ ਬਣਿਆ। ਠੀਕ ਹੈ। ਤੇ ਮਾਡਰਨਿਟੀ ਜਿਹੜਾ ਸ਼ਬਦ ਹੈਗਾ ਉਹ ਅਸੀਂ ਮੈਦਾਨੀ ਭਾਸ਼ਾ ਦਾ ਇੱਕ ਸ਼ਬਦ ਹੈ ਮੋਟੋ, ਉਹਦੇ ਤੋਂ ਲਿਆ। ਹੁਣ ਜਿਹੜੀ ਮਾਡਰਨਿਜ਼ਮ ਐਜ਼ ਏ ਟਰਮ ਹੈ ਉਹ ਇੱਕ ਇੰਪੋਰਟੈਂਟ ਟਰਮ ਹੈ, ਉਹ ਇੱਕ ਰਿਲੇਟਿਵ ਟਰਮ ਹੈ। ਰਿਲੇਟਿਵ ਟਰਮ ਹੁੰਦੀ ਹੈ ਜਿਹੜੀ ਚੀਜ਼ ਨੂੰ ਅਸੀਂ ਕਿਸੇ ਦੂਸਰੀ ਚੀਜ਼ ਨਾਲ ਕੰਪੇਅਰ ਕਰਦੇ ਹਾਂ, ਉਹਨੂੰ ਅਸੀਂ ਇੱਕ ਰਿਲੇਟਿਵ ਟਰਮ ਕਹਿੰਦੇ ਹਾਂ। ਜਿੱਦਾਂ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਇਹ ਚੀਜ਼ ਜਿਹੜੀ ਹੈ ਆਧੁਨਿਕ ਹੈ, ਤੇ ਅਸੀਂ ਨਾਲੇ ਇਹ ਵੀ ਗੱਲ ਕਰਦੇ ਹਾਂ ਆਧੁਨਿਕ ਚੀਜ਼ ਕਿਸ ਤਰ੍ਹਾਂ ਦੀ ਕਿ ਆਧੁਨਿਕ ਚੀਜ਼ ਜਿਹੜੀ ਸੀ ਉਹ ਪਰੰਪਰਾਵਾਦ ਦੇ ਰਿਐਕਸ਼ਨ ਦੇ ਵਿੱਚ ਆਈ, ਉਹ ਪਰੰਪਰਾਵਾਦ ਕਰਕੇ ਆਈ, ਜਾਂ ਪਰੰਪਰਾਵਾਦ ਦੇ ਵਿੱਚ ਜਿਹੜੀਆਂ ਕਮੀਆਂ ਪੈਦਾ ਹੋਈਆਂ ਉਹਦੇ ਕਰਕੇ। ਸੋ ਕਹਿਣ ਦਾ ਸਿੰਪਲ ਮਤਲਬ ਇਹ ਹੈ ਕਿ ਜਿਹੜੀ ਟਰਮ ਨੂੰ ਅਸੀਂ ਕਿਸੇ ਦੂਸਰੀ ਟਰਮ ਦੇ ਨਾਲ ਜਿਹੜੀ ਹੈ ਤੁਲਨਾ ਕਰਦੇ ਹਾਂ ਜਾਂ ਉਹਦਾ ਕੰਪੈਰੀਜ਼ਨ ਕਰਦੇ ਹਾਂ, ਉਹਨੂੰ ਅਸੀਂ ਜਿਹੜਾ ਹੈਗਾ ਹੈ ਉਹਨੂੰ ਅਸੀਂ ਇੱਕ ਰਿਲੇਟਿਵ ਜਿਹੜੀ ਹੈ ਟਰਮ ਮੰਨਦੇ ਹਾਂ। ਠੀਕ ਹੈ ਜੀ। ਹੁਣ ਜਿੱਦਾਂ ਫੋਰ ਐਗਜ਼ਾਮਪਲ ਅਗਰ ਅਸੀਂ ਗੱਲ ਕਰੀਏ ਕਿ ਹੁਣ ਜਿਹੜੇ ਇਦਾਂ ਦੇ ਸ਼ਬਦ ਹੁੰਦੇ ਆ ਉਹਨਾਂ ਦਾ ਅਰਥ ਕਲੀਅਰਲੀ ਸਪਸ਼ਟ ਕਰਨਾ ਜਿਹੜਾ ਹੈ ਬਹੁਤ ਜਿਹੜਾ ਹੈ ਮੁਸ਼ਕਿਲ। ਠੀਕ ਹੈ ਜੀ। ਫਿਰ ਅਸੀਂ ਇੱਕ ਸ਼ਬਦ ਯੂਜ਼ ਕਰਦੇ ਹਾਂ ਮਾਡਰਨਾਈਜੇਸ਼ਨ, ਔਰ ਇੱਕ ਸ਼ਬਦ ਅਸੀਂ ਯੂਜ਼ ਕਰਦੇ ਹਾਂ ਜਿਹੜਾ ਤੁਹਾਡੀ ਸਕਰੀਨ ਤੇ ਵੀ ਦਿਖ ਰਿਹਾ ਹੈ ਮਾਡਰਨਿਜ਼ਮ। ਹੁਣ ਜਿਹੜਾ ਮਾਡਰਨਾਈਜੇਸ਼ਨ ਸ਼ਬਦ ਹੈ ਉਹਦਾ ਅਗਰ ਸੰਬੰਧ ਦੀ ਗੱਲ ਕਰੀਏ, ਉਹਦਾ ਸੰਬੰਧ ਡਾਇਰੈਕਟਲੀ ਜਿਹੜੀ ਡਿਵੈਲਪਮੈਂਟ ਹੋਈ, ਠੀਕ ਹੈ ਜੀ, ਫਿਜ਼ੀਕਲ ਡਿਵੈਲਪਮੈਂਟ ਹੋਈ, ਮਤਲਬ ਜਿੱਦਾਂ ਫॉर ਐਗਜ਼ਾਮਪਲ ਰੇਲ ਗੱਡੀਆਂ ਬਣੀਆਂ, ਫ੍ਰਿਜ ਆਏ, ਏਸੀ ਬਣੇ, ਹੋਰ ਕਈ ਚੀਜ਼ਾਂ ਬਣੀਆਂ, ਜਿਹੜੀ ਡਿਵੈਲਪਮੈਂਟ ਹੋਈ, ਘਰ ਬਣੇ, ਘਰਾਂ ਦੇ ਜਿਹੜੇ ਸਟਰਕਚਰ ਸੀਗੇ ਉਹ ਚੇਂਜ ਹੋਏ। ਠੀਕ ਹੈ ਜੀ। ਜੋ ਚੀਜ਼ ਜਿਹੜਾ ਹੈ ਜਿਸ ਚੀਜ਼ ਦਾ ਨਿਰਮਾਣ ਜਿਹੜਾ ਹੈ ਇੰਡੀਵਿਜੂਅਲ ਦੁਆਰਾ ਕੀਤਾ ਗਿਆ ਜਾਂ ਹਿਊਮਨ ਬੀਇੰਗ ਦੁਆਰਾ ਕੀਤਾ ਗਿਆ, ਉਹ ਮਾਡਰਨਾਈਜੇਸ਼ਨ ਨੂੰ ਅਸੀਂ ਜਿਹੜਾ ਹੈਗਾ ਇੱਕ ਫਿਜ਼ੀਕਲ ਡਿਵੈਲਪਮੈਂਟਲ ਪ੍ਰੋਸੈਸ ਜਿਹੜਾ ਮੰਨਦੇ ਹਾਂ। ਹੁਣ ਜੇ ਤੁਹਾਨੂੰ ਕੋਈ ਪੁੱਛ ਲਵੇ ਕਿ ਮਾਡਰਨਾਈਜੇਸ਼ਨ ਕੀ ਹੁੰਦੀ ਹੈ, ਮਾਡਰਨਾਈਜੇਸ਼ਨ ਦਾ ਅਰਥ ਹੈ ਕਿ ਜਿਹੜੀ ਫਿਜ਼ੀਕਲ ਡਿਵੈਲਪਮੈਂਟ ਹਿਊਮਨ ਬੀਇੰਗਸ ਦੁਆਰਾ ਸੋਸਾਇਟੀ ਦੇ ਵਿੱਚ, ਪੋਲੀਟੀਕਲ ਸਿਸਟਮ 'ਚ, ਆਰਟ 'ਚ, ਕਲਚਰ 'ਚ, ਸਾਰੇ ਸਫੀਅਰ 'ਚ ਜਿਹੜੀ ਫਿਜ਼ੀਕਲੀ ਜਿਹੜੀ ਡਿਵੈਲਪਮੈਂਟ ਹੋਈ ਉਹਨੂੰ ਅਸੀਂ ਮਾਡਰਨਾਈਜੇਸ਼ਨ ਕਹਿੰਦੇ ਹਾਂ। ਸੋ ਇੱਕ ਹੋਰ ਇਹਦੇ ਨਾਲ ਸੰਬੰਧਿਤ ਮਾਡਰਨਿਜ਼ਮ। ਹੁਣ ਮਾਡਰਨਿਜ਼ਮ ਕੀ ਸੀਗਾ? ਮਾਡਰਨਿਜ਼ਮ ਜਿਹੜਾ ਹੈ ਇੱਕ ਤਰ੍ਹਾਂ ਦੀ ਆਰਟਿਸਟਿਕ ਅਤੇ ਸੱਭਿਆਚਾਰਕ ਅੰਦੋਲਨ ਸੀ।
ਜਿਹੜਾ ਕਦੋਂ ਹੋਇਆ 19ਵੀਂ ਸਦੀ ਅਤੇ 20ਵੀਂ ਸ਼ਤਾਬਦੀ ਦੇ ਸ਼ੁਰੂ ਤੱਕ ਇਹ ਮਾਡਰਨਾਈਜੇਸ਼ਨ ਪ੍ਰੋਸੈਸ ਜਿਹੜਾ ਸੀਗਾ ਕੰਟੀਨਿਊ ਰਿਹਾ। ਹੁਣ ਇਹਦੇ ਜਨਮ ਦੇ ਅਗਰ ਅਸੀਂ ਕਾਰਨਾਂ ਦੀ ਗੱਲ ਕਰੀਏ ਤੇ ਜਿਹੜਾ ਮਾਡਰਨਿਜ਼ਮ ਸੀਗਾ ਉਹਨੂੰ ਅਸੀਂ ਜਦੋਂ ਇਜ਼ਮ ਦੀ ਗੱਲ ਕਰਦੇ ਹਾਂ, ਇਜ਼ਮ ਦਾ ਮਤਲਬ ਹੁੰਦਾ ਹੈ ਇੱਕ ਵਿਚਾਰਧਾਰਾ ਜਿਹਨੂੰ ਅਸੀਂ ਵਿਚਾਰਿਕ ਚੀਜ਼ ਨਾਲ ਜੋੜਦੇ ਹਾਂ ਜਾਂ ਕਿਸੇ ਨਵੇਂ ਆਈਡੀਆ ਦੇ ਨਾਲ ਜੋੜਦੇ ਹਾਂ ਜਾਂ ਨਵੀਂ ਚੀਜ਼ ਨਾਲ ਜੋੜਦੇ ਹਾਂ, ਉਹਨੂੰ ਅਸੀਂ ਮਾਡਰਨਿਜ਼ਮ ਜਿਹੜਾ ਹੈ ਮਾਡਰਨਿਜ਼ਮ ਇੱਕ ਵਿਚਾਰਧਾਰਾ ਹੈ। ਸੋ ਅਗਰ ਮੈਂ 14ਵੀਂ ਅਤੇ 15ਵੀਂ ਸ਼ਤਾਬਦੀ ਦੀ ਗੱਲ ਕਰਾਂ, 14ਵੀਂ ਅਤੇ 15ਵੀਂ ਸ਼ਤਾਬਦੀ ਦੇ ਵਿੱਚ ਜਿਹੜਾ ਯੂਰਪ ਸੀਗਾ ਪੂਰੀ ਤਰ੍ਹਾਂ ਦੇ ਨਾਲ ਬਦਲ ਰਿਹਾ ਸੀਗਾ, ਚਾਹੇ ਉਹ ਇੰਡਸਟਰੀਅਲ ਪੱਖ ਤੋਂ ਹੋਵੇ, ਚਾਹੇ ਉਹ ਟੈਕਨੋਲੋਜੀਕਲ ਪੱਖ ਤੋਂ ਹੋਵੇ, ਚਾਹੇ ਉਹ ਆਰਟਿਸਟਿਕ ਪੱਖ ਤੋਂ ਹੋਵੇ, ਚਾਹੇ ਉਹ ਆਰਕੀਟੈਕਚਰਲ ਪੱਖ ਤੋਂ ਹੋਵੇ, ਚਾਹੇ ਉਹ ਸਾਇੰਸ ਦੇ ਪੱਖ ਤੋਂ ਹੋਵੇ ਜਾਂ ਹੋਰ ਕਿਸੇ ਪੱਖ ਤੋਂ ਹੋਵੇ। ਸੋ ਇੰਡਸਟਰੀਅਲਾਈਜੇਸ਼ਨ ਜਿਹਨੂੰ ਆਪਾਂ ਉਦਯੋਗਿਕ ਕ੍ਰਾਂਤੀ ਕਹਿੰਦੇ ਆ, ਇੰਡਸਟਰੀਅਲਾਈਜੇਸ਼ਨ ਤੋਂ ਪਹਿਲਾਂ ਯੂਰਪ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਇੱਕ ਪੁਨਰ ਜਾਗਰਣ ਆਇਆ ਸੀ ਜਿਹਨੂੰ ਅਸੀਂ ਜਿਹੜਾ ਹੈ ਰੈਨੇਸਾਂ ਕਹਿੰਦੇ ਆ। ਔਰ ਰੈਨੇਸਾਂ ਦਾ ਇੰਪੈਕਟ ਕੀ ਪਿਆ, ਰੈਨੇਸਾਂ ਕਰਕੇ ਜਿਹੜਾ ਵਿਸ਼ਵ ਸੀਗਾ ਉਹਦੇ ਵਿੱਚ ਕਈ ਤਰ੍ਹਾਂ ਦੇ ਨਵੇਂ ਵਿਚਾਰ ਆਏ। ਉਹਦੇ ਕਾਰਨ ਜਿਹੜਾ ਸੀਗਾ ਲੋਕਾਂ ਦੇ ਵਿੱਚ ਜਿਹੜਾ ਸੀਗਾ ਰਾਜਨੀਤਿਕ ਰੂਪ ਨਾਲ, ਸਮਾਜਿਕ ਰੂਪ ਨਾਲ, ਸਾਹਿਤਕ ਰੂਪ ਨਾਲ ਜਾਂ ਹੋਰ ਕਿਸੇ ਰੂਪ ਦੇ ਨਾਲ ਲੋਕਾਂ ਦੇ ਵਿੱਚ ਜਿਹੜੀ ਸੀ ਅਵੇਅਰਨੈਸ ਆਣੀ ਸ਼ੁਰੂ ਹੋ ਗਈ। ਇੱਥੇ ਇੱਕ ਵਿਚਾਰਕ ਨੇ ਕਿਹਾ ਹੈ कि in 14th and 15th century many developments took place in the field of print, media and other spheres with which man is moving towards the scientific approach. So मैं ਤੁਹਾਨੂੰ ਕੱਲ ਵੀ ਦੱਸਿਆ ਸੀਗਾ ਕੱਲ ਵਾਲੇ ਲੈਕਚਰ ਦੇ ਵਿੱਚ ਕਿ ਉਸ ਤੋਂ ਪਹਿਲਾਂ ਦਾ ਜਿਹੜਾ ਪੀਰੀਅਡ ਸੀਗਾ, ਜਿਹੜਾ ਪੀਰੀਅਡ ਰੈਨੇਸਾਂ ਤੋਂ ਪਹਿਲਾਂ ਸੀ ਜਾਂ ਪੁਨਰ ਜਾਗ੍ਰਿਤੀ ਤੋਂ ਪਹਿਲਾਂ ਸੀ, ਜਿਹੜਾ ਉਹ ਜਿਹੜਾ ਪੀਰੀਅਡ ਸੀਗਾ that was marred by universal truths, that was covered by universal truths as said by some religious leaders or by that were known as the dictates of God. So ਜਿਹੜੇ ਉਸ ਟਾਈਮ ਦੇ ਲੋਕ ਸੀਗੇ ਉਹ ਇਸ ਗੱਲ ਦੇ ਵਿੱਚ ਵਿਸ਼ਵਾਸ ਰੱਖਦੇ ਸੀਗੇ ਕਿ ਇਹਨਾਂ ਇਹ ਕਿਉਂਕਿ ਭਗਵਾਨ ਦੁਆਰਾ ਕਹੇ ਗਏ ਸੱਤ ਹੈਗੇ, ਇਸ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਉਸੇ ਤਰ੍ਹਾਂ ਦੇ ਨਾਲ ਜਿਹੜਾ ਹੈ ਮੰਨ ਲੈਣਾ ਚਾਹੀਦਾ ਜਾਂ ਬਲਾਈਂਡਲੀ ਇਹਨੂੰ ਫੋਲੋ ਕਰਨਾ ਚਾਹੀਦਾ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਕੀ ਹੋਇਆ, ਉਸ ਤੋਂ ਬਾਅਦ ਰੈਨੇਸਾਂ ਆਇਆ, ਰੈਨੇਸਾਂ ਮੂਵਮੈਂਟ ਹੋਈ, ਰੈਨੇਸਾਂ ਤੋਂ ਬਾਅਦ ਇੰਡਸਟਰੀਅਲ ਰੈਵੋਲੂਸ਼ਨ ਆਈ ਯੂਰਪ ਦੇ ਵਿੱਚ, ਜਿਹਨੇ ਜਿਹੜਾ ਸੀਗਾ ਮਤਲਬ ਇੰਡਸਟਰੀਅਲਾਈਜੇਸ਼ਨ ਹੋਈ। ਇੰਡਸਟਰੀਅਲਾਈਜੇਸ਼ਨ ਦੇ ਨਾਲ ਜਿਹੜਾ ਸੀਗਾ ਮਸ਼ੀਨਾਂ ਆਈਆਂ, ਮਸ਼ੀਨਾਂ ਦੇ ਨਾਲ ਕੀ ਹੋਇਆ ਇੱਕ ਸਾਇੰਟਿਫਿਕ ਅਤੇ ਟੈਕਨੋਲੋਜੀਕਲ ਡਿਵੈਲਪਮੈਂਟ ਹੋਈ। ਔਰ ਜਿਹਦੇ ਨਾਲ ਜਿਹੜਾ ਸੀਗਾ ਅਗਰ ਅਸੀਂ ਆਈਡੀਆ ਦੇ ਫਰੰਟ ਤੇ ਵੀ ਦੇਖੀਏ, ਅਗਰ ਅਸੀਂ ਵਿਚਾਰਾਂ ਦੇ ਫਰੰਟ ਤੇ ਵੀ ਦੇਖੀਏ ਤੇ ਨਵੇਂ ਵਿਚਾਰ ਸਾਹਮਣੇ ਆਣੇ ਸ਼ੁਰੂ ਹੋ ਗਏ, ਕਿਉਂਕਿ ਜਿਹੜਾ ਟ੍ਰੈਡੀਸ਼ਨਲਿਜ਼ਮ ਸੀਗਾ ਉਹਨੂੰ ਮਾਡਰਨਿਜ਼ਮ ਨੇ ਪੂਰੀ ਤਰ੍ਹਾਂ ਨਾਲ ਰਿਜੈਕਟ ਕਰ ਦਿੱਤਾ ਸੀ। ਜਿਹੜੇ ਟ੍ਰੈਡੀਸ਼ਨਲ ਡੌਗਮਾਸ ਸੀਗੇ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਸੀਗਾ ਰਿਜੈਕਟ ਕਰ ਦਿੱਤਾ ਸੀ। ਸੋ ਇੱਥੇ ਇੱਕ ਵਿਚਾਰਕ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਫਿਰ ਜਿਹੜਾ ਆਧੁਨਿਕਤਾਵਾਦ ਸੀਗਾ ਉਹ ਕਹਿੰਦਾ ਜੀ ਮਾਡਰਨਿਜ਼ਮ ਇਜ਼ ਅ ਕਲਚਰਲ ਟ੍ਰੈਂਡ, ਇਟ ਇਜ਼ ਅ ਮੂਵਮੈਂਟ ਇਨ ਵਿਜ਼ੂਅਲ arts, music, literature, drama, which rejected the old Victorian standards, how art should be made. Modernism was developed in the first 3 decades of 20th century and it was developing in ਜੇ ਆਪਾਂ ਲਿਟਰੇਚਰ ਦੀ ਗੱਲ ਕਰੀਏ ਤੇ ਲਿਟਰੇਚਰ ਦੇ ਵਿੱਚ ਜਿਹੜਾ ਸਿੰਬਲਿਜ਼ਮ ਆਇਆ, ਲਿਟਰੇਚਰ ਦੇ ਵਿੱਚ ਜਿਹੜਾ ਅਸੀਂ ਐਕਸਪੈਰੀਮੈਂਟਲ ਮੈਥਡ ਯੂਜ਼ ਕਰਨਾ ਸ਼ੁਰੂ ਕੀਤਾ,
ठीक है जी। फिर ਜਿਹੜੇ ਹੋਰ ਮਾਡਰਨ ਲਿਟਰੇਚਰ ਦੀਆਂ ਫੀਚਰਸ ਸੀਗੀਆਂ ਉਹ ਇਸੇ ਇੰਪੈਕਟ ਦੇ ਅਧੀਨ ਹੈ। ਇਸੇ ਤਰ੍ਹਾਂ ਅਗਰ ਅਸੀਂ ਹੋਰ ਵਿਸ਼ਿਆਂ ਦੀ ਗੱਲ ਕਰੀਏ, ਅਸੀਂ ਅਗਰ ਫਿਲਾਸਫੀ ਦੀ ਗੱਲ ਕਰੀਏ, ਅਗਰ ਅਸੀਂ ਰਾਜਨੀਤੀ ਸ਼ਾਸਤਰ ਦੀ ਗੱਲ ਕਰੀਏ, ਅਗਰ ਅਸੀਂ ਸੋਸ਼ੀਓਲੋਜੀ ਦੀ ਗੱਲ ਕਰੀਏ, ਮਤਲਬ ਇਹਨਾਂ ਵਿਸ਼ਿਆਂ ਦੇ ਵਿੱਚ ਵੀ ਜਿਹੜਾ ਸੀਗਾ, ਅਗਰ ਸੋਚ ਦੇ ਪੱਖ ਨਾਲ ਅਸੀਂ ਦੇਖੀਏ ਜਾਂ ਅਸੀਂ ਸੋਚ ਦੀ ਵੀ ਡਿਵੈਲਪਮੈਂਟ ਹੋਈ, ਨਵੀਆਂ ਨਵੀਆਂ ਜਿਹੜੀਆਂ ਸੀਗੀਆਂ ਵਿਚਾਰਧਾਰਾਵਾਂ ਜਿਹੜੀਆਂ ਸੀਗੀਆਂ ਹੋਈਆਂ। ਠੀਕ ਹੈ, ਜੇ ਅਸੀਂ ਸੁਸਾਇਟਲ ਤੇ ਸਟਰਕਚਰ ਜਿਹੜਾ ਸੁਸਾਇਟੀ ਦਾ ਤਾਣਾ ਬਾਣਾ ਸੀਗਾ, ਇੰਡਸਟਰੀਅਲਾਈਜੇਸ਼ਨ ਦਾ ਉਹਦੇ ਉੱਤੇ ਵੀ ਅਸਰ ਪਿਆ, ਉਹਦੇ ਉੱਤੇ ਵੀ ਇੰਪੈਕਟ ਪਿਆ। ਜਿਹੜਾ ਸੁਸਾਇਟਲ ਸਟਰਕਚਰ ਸੀ ਉਹ ਵੀ ਚੇਂਜ ਹੋਇਆ। ਠੀਕ ਹੈ ਜੀ, ਲੋਕ ਜਿਹੜੇ ਸੀਗੇ ਪਹਿਲੇ ਭੌਤਿਕ ਨਹੀਂ ਸੀ, ਜਾਂ ਲੋਕਾਂ ਦੇ ਵਿੱਚ ਭੌਤਿਕਵਾਦ ਨਹੀਂ ਸੀ। ਜਦੋਂ ਇੰਡਸਟਰੀ ਲੱਗਣੀ ਸ਼ੁਰੂ ਹੋਈ, ਜਦੋਂ ਵੱਖ-ਵੱਖ ਚੀਜ਼ਾਂ ਜਿਹੜੀਆਂ ਸੀ ਬਣਨੀਆਂ ਸ਼ੁਰੂ ਹੋਈਆਂ, ਜਦੋਂ ਲੋਕਾਂ ਦੇ ਵਿੱਚ ਇਹਨੂੰ ਲੈ ਕੇ ਜਾਗਰੂਕਤੀ ਪੈਦਾ ਹੋਈ ਤੇ ਨਵੇਂ-ਨਵੇਂ ਕਾਢਾਂ ਵੀ ਹੋਈਆਂ, ਇਨਵੈਂਸ਼ਨਸ ਵੀ ਹੋਈਆਂ, ਜਿੱਦਾਂ ਟੈਲੀਫੋਨ ਆਇਆ, ਜਿੱਦਾਂ ਰੈਫ੍ਰਿਜਰੇਟਰ ਆਇਆ, ਜਿੱਦਾਂ ਐਰੋਪਲੇਨ ਆਇਆ, ਜਿੱਦਾਂ ਹੈਲੀਕਾਪਟਰ ਆਇਆ, ਜਿੱਦਾਂ ਹੋਰ ਚੀਜ਼ਾਂ ਬਣੀਆਂ ਸੀਗੀਆਂ। ਸੋ ਇਹਦੇ ਨਾਲ ਜਦੋਂ ਅਸੀਂ ਸਮਾਜਿਕ ਢਾਂਚੇ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਸੁਸਾਇਟਲ ਚੇਂਜ ਦੀ ਗੱਲ ਕਰਦੇ ਹਾਂ, ਤਾਂ ਸੁਸਾਇਟੀ ਜਿਹੜੀ ਸੀ ਪਹਿਲੇ ਭੌਤਿਕ ਨਹੀਂ ਸੀ। ਸੁਸਾਇਟੀ ਜਿਹੜੀ ਸੀ ਉਹ ਪਹਿਲੇ ਲੋਕ ਜਿਹੜੇ ਸੀਗੇ ਉਹਨਾਂ ਦੀ ਜਿਹੜੀਆਂ ਆਪਣੇ ਕਹਿ ਲਓ ਕਦਰਾਂ ਕੀਮਤਾਂ ਸੀਗੀਆਂ ਉਹ ਸੀਮਿਤ ਸੀਗੀਆਂ, ਉਹਨਾਂ ਦੇ ਜਿਹੜੇ ਸੁਪਨੇ ਸੀਗੇ ਉਹ ਸੀਮਿਤ ਸੀਗੇ। ਔਰ ਸੁਸਾਇਟੀ ਦੇ ਵਿੱਚ ਇੱਕ ਜਿਹੜਾ ਨਵਾਂ ਜਿਹੜਾ ਸੀਗਾ ਵਰਗ ਪੈਦਾ ਹੋਇਆ, ਜਿਹੜਾ ਕਿ ਸਾਰੀ ਚੀਜ਼ ਨੂੰ ਕੰਟਰੋਲ ਕਰ ਰਿਹਾ ਸੀ। ਠੀਕ ਹੈ, ਉਹਦੇ ਕੋਲ ਜਿਹੜੇ ਆਰਥਿਕ ਸੰਸਾਧਨ ਸੀਗੇ ਉਹਨਾਂ ਉੱਤੇ ਉਹਦਾ ਕੰਟਰੋਲ ਸੀ। ਠੀਕ ਹੈ, ਔਰ ਬਾਕੀ ਲੋਕ ਜਿਹੜੇ ਸੀਗੇ ਉਹਨਾਂ ਦਾ ਸ਼ੋਸ਼ਣ ਵੀ ਜਿਹੜਾ ਸੀਗਾ ਉਹ ਹੋ ਰਿਹਾ। ਸੋ ਅਗਰ ਹੋਰ ਗੱਲ ਕਰੀਏ ਇਹਦੀ, ਸੋ ਮਾਡਰਨਿਜ਼ਮ ਕੀ ਸੀਗਾ? Modernism is a philosophical movement that lead with cultural trends and changes arose from enormous transformations in Western society during the late 19th century. ਜਿਹੜੇ ਚੇਂਜਸ ਵੈਸਟਰਨ ਸੋਸਾਇਟੀ ਦੇ ਵਿੱਚ 19ਵੀਂ ਅਤੇ 20ਵੀਂ ਸ਼ਤਾਬਦੀ ਦੇ ਵਿੱਚ ਹੋਏ, ਸੋ ਔਰ ਜਿਹਦਾ ਸੰਬੰਧ ਸੱਭਿਆਚਾਰ, ਜਿਹਦਾ ਸੰਬੰਧ ਫਿਲੋਸਫੀਕਲ ਮੂਵਮੈਂਟ ਦੇ ਨਾਲ ਸੀਗਾ, ਉਹਨੂੰ ਅਸੀਂ ਜਿਹੜਾ ਹੈਗਾ ਮਾਡਰਨਿਜ਼ਮ ਜਿਹੜਾ ਹੈਗਾ ਕਹਿੰਦੇ। ਠੀਕ ਹੈ ਜੀ, ਹੁਣ ਅਗਰ ਇਹ ਤਾਂ ਇਹਦਾ ਅਰਥ ਹੋ ਗਿਆ ਨਾ। ਹੁਣ ਅਗਰ ਇਹਦੀਆਂ ਅਸੀਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ, ਠੀਕ ਹੈ, ਮਾਡਰਨਿਜ਼ਮ ਦਾ ਉਦੇਸ਼ ਕੀ ਸੀਗਾ ਜਾਂ ਆਧੁਨਿਕ ਦਾ ਉਦੇਸ਼ ਕੀ ਸੀਗਾ? ਇਹ ਇੱਕ ਤਰ੍ਹਾਂ ਦੀ ਰਿਫਾਰਮ ਮੂਵਮੈਂਟ ਸੀ, ਇੱਕ ਤਰ੍ਹਾਂ ਦੀ ਸਮਾਜ ਰਾਜਨੀਤਿਕ ਵਿਵਸਥਾ, ਆਰਟ, ਲਿਟਰੇਚਰ, ਕਲਚਰ ਦੇ ਵਿੱਚ ਜਿਹੜਾ ਹੈ ਉਹਨੂੰ ਸੁਧਾਰ ਅੰਦੋਲਨ ਦੇ ਰੂਪ ਦੇ ਵਿੱਚ ਵੀ ਇਸ ਨੂੰ ਜਿਹੜਾ ਹੈਗਾ ਦੇਖਿਆ ਜਾਂਦਾ। ਇਹ ਆਰਟ ਦੇ ਫੀਲਡ 'ਚ ਆਈ, ਮਿਊਜ਼ਿਕ ਦੇ ਫੀਲਡ ਦੇ ਵਿੱਚ ਆਈ, ਲਿਟਰੇਚਰ ਦੇ ਫੀਲਡ 'ਚ ਆਈ, ਆਰਕੀਟੈਕਚਰ ਦੇ ਫੀਲਡ 'ਚ ਆਈ। ਫਿਰ ਇਹ ਮੂਵਮੈਂਟ ਕਦੋਂ ਤੱਕ ਰਹੀ? ਇਹ 19ਵੀਂ ਸ਼ਤਾਬਦੀ ਤੋਂ ਲੈ ਕੇ 20ਵੀਂ ਸ਼ਤਾਬਦੀ ਦੇ ਸ਼ੁਰੂ ਤੱਕ ਇਹ ਮੂਵਮੈਂਟ ਜਿਹੜੀ ਸੀ ਰਹੀ। ਉਸ ਤੋਂ ਬਾਅਦ ਜਿਹੜਾ ਸੀਗਾ ਹੌਲੀ ਹੌਲੀ ਜਿਹੜਾ ਸੀਗਾ ਇਹਦਾ ਰਿਐਕਸ਼ਨ ਕੀ ਹੋਇਆ? ਇਹਦਾ ਰਿਐਕਸ਼ਨ ਹੋਇਆ ਉੱਤਰ ਆਧੁਨਿਕਤਾਵਾਦ। ਉਹਦਾ ਰਿਐਕਸ਼ਨ ਉਹ 70s ਔਰ 80s ਦੇ ਦਸ਼ਕ ਦੇ ਵਿੱਚ ਜਿਹੜਾ ਸੀਗਾ ਇਹ ਚੀਜ਼ ਜਿਹੜੀ ਸੀ। ਸੋ ਇਹ ਕੀ ਸੀ? ਰੀਐਗਜ਼ਾਮੀਨੇਸ਼ਨ ਆਫ ਐਵਰੀ ਐਸਪੈਕਟ। ਜਿਹੜਾ ਮਾਡਰਨਿਜ਼ਮ ਸੀਗਾ ਉਹਨੇ ਹਰ ਫੀਲਡ ਦਾ ਜਿਹੜਾ ਸੀ ਰੀਐਗਜ਼ਾਮੀਨੇਸ਼ਨ ਦਾ ਮਤਲਬ ਹੈਗਾ ਕਿ ਉਹਨੂੰ ਜਿਹੜਾ ਸੀਗਾ ਉਹਦੀ ਜਾਂਚ ਪੜਤਾਲ ਕਰਕੇ ਉਹਨੂੰ ਜਿਹੜਾ ਸੀ ਉਹਦੇ ਵਿੱਚ ਨਵੀਆਂ ਜਿਹੜੀਆਂ ਵਿਵਸਥਾਵਾਂ ਸੀਗੀਆਂ ਉਹਨੂੰ ਸਥਾਪਿਤ ਕਰਨ ਦੀ ਜਿਹੜੀ ਸੀ ਕੋਸ਼ਿਸ਼ ਕੀਤੀ। ਫਿਰ ਦੂਸਰੀ ਗੱਲ ਇਹਦੇ ਵਿੱਚ ਇਹ ਸੀਗੀ ਹੋਲਡਿੰਗ ਬੈਕ ਪ੍ਰੋਗਰੈਸ
and replacing it with new progressive ideas। ठीक है जी। ਜਿਹੜੀ ਪੁਰਾਣੀ ਸੋਚ ਸੀ, ਜਿਹੜਾ ਪਰੰਪਰਾਵਾਦ ਸੀਗਾ ਜਾਂ ਪੁਰਾਣੀ ਜਿਹੜੀ ਸੋਚ ਸੀਗੀ, ਉਹਨੂੰ ਜਿਹੜਾ ਆਧੁਨਿਕਤਾਵਾਦ ਸੀਗਾ ਉਹਨੇ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਔਰ ਇੱਕ ਨਵੀਂ ਸੋਚ ਦਾ ਜਿਹੜਾ ਸੀਗਾ ਸੰਚਾਰ ਕੀਤਾ। फिर अगर फिर फ्रीडम ऑफ एक्सप्रेशन व्यक्ति अगर इसे 18वीं शताब्दी की गल करिए ਅਸੀਂ ਤੇ 18ਵੀਂ ਸ਼ਤਾਬਦੀ ਦੇ ਵਿੱਚ ਫਰਾਂਸ ਦੇ ਵਿੱਚ ਵਿਦਰੋਹ ਹੁੰਦਾ ਹੈ ਔਰ ਉਸ ਵਿਦਰੋਹ ਕਾਰਨ ਜਿਹੜਾ ਹੈ ਇੱਕ ਮਨੁੱਖੀ ਅਧਿਕਾਰਾਂ ਦੀ ਜਿਹੜੀ ਹੈ ਘੋਸ਼ਣਾ ਹੁੰਦੀ ਹੈ ਜਿਹਦੇ ਵਿੱਚ ਸੁਤੰਤਰਤਾ, ਸਮਾਨਤਾ, ਭਰਾਤਰੀ ਭਾਵ, ਨਿਆਂ ਵਰਗੇ ਜਿਹੜੇ ਵਿਚਾਰ ਹੈ ਉਹ ਸਾਡੇ ਸਾਹਮਣੇ ਆਉਂਦੇ। ਸੋ ਅਗਰ ਇਹਦੀ ਵੀ ਗੱਲ ਕਰੀਏ, ਇਹ ਵੀ ਜਿਹੜੀ ਸੀਗੀ ਉਹ ਇੱਕ ਤਰ੍ਹਾਂ ਦੀ ਜਿਹੜੀ ਸੀਗੀ ਜਿਹੜੀ ਪ੍ਰੋਗਰੈਸ ਹੋ ਰਹੀ ਸੀ, ਜਿਹੜੀ ਲੋਕਾਂ ਦੇ ਵਿੱਚ ਜਾਗਰੂਕਤੀ ਪੈਦਾ ਹੋ ਰਹੀ ਸੀ, ਉਹਦੇ ਕਰਕੇ ਇਹ ਜਿਹੜਾ ਸਾਰਾ ਸਿਸਟਮ ਹੈ ਸਾਡੇ ਸਾਹਮਣੇ ਆ ਰਿਹਾ ਸੀਗਾ। ਠੀਕ ਹੈ ਜੀ। ਫਿਰ ਅਸੀਂ ਸਾਇੰਟੀਫਿਕਲੀ ਹਰ ਚੀਜ਼ ਨੂੰ ਜਿਹੜਾ ਹੈ ਪ੍ਰੂਵ ਕਰਨ ਦੀ ਗੱਲ ਕਰਨੀ ਸ਼ੁਰੂ ਕਰਤੀ। ਅਸੀਂ ਜਿਹੜਾ ਇੰਡੀਵਿਜੂਅਲ ਦੀ ਸੋਚ ਹੈ ਜਾਂ ਨੈਸ਼ਨਲ ਥਿੰਕਿੰਗ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਉਹਦੇ ਆਧਾਰ ਉੱਤੇ ਜਿਹੜਾ ਹੈ ਸਾਰਾ ਕੰਮਕਾਜ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ। ਇਹਨੂੰ ਆਪਾਂ ਐਕਸਪੈਰੀਮੈਂਟਲ ਮੈਥਡ ਕਹਿੰਦੇ ਹਾਂ, ਐਕਸਪੈਰੀਮੈਂਟ ਕਹਿੰਦੇ ਹਾਂ। ਫਿਰ ਡਿਸਰਿਗਾਰਡ ਫॉर ਕਨਵੈਨਸ਼ਨਲ ਐਕਸਪੈਕਟੇਸ਼ਨ, ਉਹ ਮੈਂ ਪਹਿਲਾਂ ਵੀ ਤੁਹਾਨੂੰ ਦੱਸਤਾ, मतलब जो भी कुछ पुराना सीगा, जो भी कुछ पुरानियां मानतावां सीगियां, जो भी कुछ पुरानियां व्यवस्थावां सीगियां, ਉਹਨੂੰ ਜਿਹੜਾ ਸੀਗਾ ਮਾਡਰਨਿਜ਼ਮ ਨੇ ਟੋਟਲੀ ਜਿਹੜਾ ਸੀ ਰਿਜੈਕਟ ਕੀਤਾ ਔਰ ਨਵੀਆਂ ਮਾਨਤਾਵਾਂ ਔਰ ਵਿਦ ਜਿਹੜਾ ਹੈ ਮਤਲਬ ਕਿ ਉਹਨੂੰ ਪ੍ਰੂਵ ਕਰਕੇ ਜਿਹੜਾ ਉਹ ਸਥਾਪਿਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਮਾਡਰਨਿਜ਼ਮ ਨੇ ਜਿਹੜੀ ਮਤਲਬ ਆਬਜੈਕਟਿਵਿਟੀ ਦੀ ਗੱਲ ਕੀਤੀ ਜਾਂ ਆਬਜੈਕਟਿਵ ਟਰੁੱਥ ਦੀ ਗੱਲ ਕੀਤੀ। ਫੈਕਟ ਬੇਸ ਜਿਹੜਾ ਹੈ ਹਰ ਚੀਜ਼ ਨੂੰ ਪ੍ਰੂਵ ਕਰਨ ਦੀ ਜਿਹੜੀ ਸੀਗੀ ਕੋਸ਼ਿਸ਼ ਜਿਹੜੀ ਸੀ ਇਹਨੇ ਕੀਤੀ। ਫਿਰ ਜੇ ਅਸੀਂ ਇਹਦੇ ਫੀਚਰਸ ਦੀ ਗੱਲ ਕਰੀਏ, ਇਹਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ, ਮੈਂ ਤੁਹਾਨੂੰ ਪਹਿਲੇ ਦੱਸਿਆ ਪਹਿਲਾ ਪੁਆਇੰਟ ਇਹਦੇ ਚ ਇਹ ਕਰਨਾ ਹੈ ਕਿ ਇੱਕ ਤਰ੍ਹਾਂ ਦੀ ਸੱਭਿਆਚਾਰਕ ਅੰਦੋਲਨ ਸੀਗਾ ਜਿਹਨੇ ਆਪਣੀਆਂ ਬਾਹਾਂ ਜਿਹੜੀਆਂ ਸੀਗੀਆਂ ਹਰ ਖੇਤਰ ਦੇ ਵਿੱਚ ਫਸਾਰੀਆਂ ਔਰ ਹਰ ਖੇਤਰ ਨੂੰ ਜਿਹੜਾ ਸੀ ਰਿਫਾਰਮ ਵੱਲ ਲੈ ਕੇ ਗਿਆ, ਨਵੀਂ ਸੋਚ ਵੱਲ ਲੈ ਕੇ ਗਿਆ ਜਿਹੜਾ ਇਹ ਮੂਵਮੈਂਟ ਸੀ। ਫਿਰ ਦੂਸਰੀ ਅਗਰ ਗੱਲ ਕਰੀਏ ਨੀਲਿਜ਼ਮ ਹੁੰਦਾ ਹੈ ਨਾਸਤਿਕਵਾਦ ਦੀ ਗੱਲ ਕਰੀਏ। ਸੋ ਇਸ ਤੋਂ ਪਹਿਲਾਂ ਕੀ ਸੀ? ਇਸ ਤੋਂ ਪਹਿਲਾਂ ਰਿਲੀਜੀਅਸ ਡੋਮੀਨੇਸ਼ਨ ਸੀ। ਇਸ ਤੋਂ ਪਹਿਲਾਂ ਜੋ ਧਾਰਮਿਕ ਚੀਜ਼ ਕਹੀ ਜਾਂਦੀ ਸੀ ਉੱਤੇ ਬਲਾਈਂਡਲੀ ਫੋਲੋ ਕੀਤਾ ਜਾਂਦਾ। ਸੋ ਇਸ ਨੇ ਜਿਹੜਾ ਸੀਗਾ ਉਸ ਵਿਵਸਥਾ ਨੂੰ ਖੰਡ ਕਰ ਦਿੱਤਾ, ਉਸ ਵਿਵਸਥਾ ਨੂੰ ਨਹੀਂ ਮੰਨਿਆ। ਸੋ ਇਸ ਨੇ ਜਿਹੜਾ ਸੀ ਮਤਲਬ ਕਿ ਭਗਵਾਨ ਦੇ ਵਿੱਚ ਜਿਹੜਾ ਅੰਧ ਵਿਸ਼ਵਾਸ ਸੀਗਾ ਉਹਦੀ ਜਿਹੜੀ ਸੀਗੀ ਨੁਕਤਾਚੀਨੀ ਕੀਤੀ ਜਾਂ ਉਹਦਾ ਕ੍ਰਿਟਿਸਿਜ਼ਮ ਜਿਹੜਾ ਕੀਤਾ ਔਰ ਇਹਨੇ ਜਿਹੜਾ ਸੀਗਾ ਨਾਸਤਿਕਤਾਵਾਦ ਨੂੰ ਜਿਹੜਾ ਸੀ ਪ੍ਰਮੋਟ ਕਰਨ ਦੀ ਕੋਸ਼ਿਸ਼ ਵੀ ਜਿਹੜੀ ਸੀ ਕੀਤੀ। ਫਿਰ ਇੰਟੈਂਸ਼ਨਲ ਬ੍ਰੇਕ ਵਿਦ ਟ੍ਰੈਡੀਸ਼ਨ, मतलब कि इन्होंने अपने आप ही जड़ा है ਜਿਹੜੀਆਂ परंपरावादी मानतावां ਸੀਗੀਆਂ ਜਾਂ परंपरावादी ਜਿਹੜੇ ਨੋਸ਼ਨ ਸੀਗੇ ਉਹਦੇ ਤੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਕੱਟ ਆਫ ਕਰ ਲਿਆ, ਮਤਲਬ ਖਤਮ ਕਰ ਦਿੱਤਾ। ਉਹਦੇ ਨਾਲ ਰਿਸ਼ਤਾ ਨਾਤਾ ਜਿਹੜਾ ਸੀ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ ਔਰ ਇੱਕ ਨਵੀਂ ਸੋਚ ਨੂੰ ਜਿਹੜਾ ਸੀਗਾ ਅਪਣਾਇਆ। ਫਿਰ ਦੂਸਰੀ ਗੱਲ ਐਕਸਪੈਰੀਮੈਂਟ ਨੂੰ ਪ੍ਰਮੋਟ ਕੀਤਾ, ਪ੍ਰਮੋਟ ਇੰਡੀਵਿਜੂਅਲ ਨੇਚਰ। ਠੀਕ ਹੈ ਜੀ। ਔਰ ਸੋ ਇਸੇ ਕਾਲ ਦੇ ਵਿੱਚ ਜਿਹੜਾ ਸੀਗਾ ਜਦੋਂ ਲੋਕਾਂ ਦੇ ਪੋਲੀਟੀਕਲ ਕੌਨਸ਼ੀਅਸਨੈਸ ਆਈ ਤੇ ਨਵੀਆਂ ਵਿਚਾਰਧਾਰਾਵਾਂ ਵੀ ਆਈਆਂ। ਲੋਕਤੰਤਰੀ ਵਿਚਾਰਧਾਰਾ ਦੀ ਸ਼ੁਰੂਆਤ ਹੋਈ। ਫਿਰ ਵਿਅਕਤੀਵਾਦੀ ਵਿਚਾਰਧਾਰਾ ਦਾ ਜਿਹੜਾ ਸੀਗਾ ਜਨਮ ਹੋਇਆ। ਫਿਰ ਅਗਰ ਅਸੀਂ ਗੱਲ ਕਰੀਏ ਧਰਮ ਨਿਰਪੇਖਤਾ ਦੇ ਕਨਸੈਪਟ ਦਾ, ਉਹਦਾ ਜਿਹੜਾ ਸੀਗਾ ਜਨਮ ਹੋਇਆ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਸੀਗੀਆਂ ਇਹ ਮਾਡਰਨਾਈਜੇਸ਼ਨ ਕਰਕੇ ਹੋਈਆਂ। ਇਹ ਮਾਡਰਨਾਈਜੇਸ਼ਨ ਦੀਆਂ ਕੁਝ ਪ੍ਰਮੁੱਖ ਜਿਹੜੀਆਂ ਵਿਸ਼ੇਸ਼ਤਾਵਾਂ ਸੀਗੀਆਂ। ਹੁਣ ਜੇ ਮਾਡਰਨਾਈਜੇਸ਼ਨ ਦੇ ਕਨਸੈਪਟ ਨੂੰ ਅਸੀਂ ਪੋਲੀਟੀਕਲ ਸਾਇੰਸ ਦੇ ਵਿੱਚ ਜਾਂ ਕੰਪੈਰੀਟਿਵ ਪੋਲਿਟਿਕਸ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਇਹ ਜਿਹੜਾ ਕਨਸੈਪਟ ਹੈ ਤੇ ਕਈ ਵਿਚਾਰਧਾਰਾਵਾਂ ਦੇ ਨਾਲ ਕਲੋਜ਼ਲੀ ਐਸੋਸੀਏਟਡ ਹੈ ਜਾਂ ਕਲੋਜ਼ਲੀ ਇਸ ਨੂੰ ਜਿਹੜਾ ਹੈਗਾ ਉਹਦੇ ਵਿੱਚ ਹੈਗਾ
ਉਹਦੇ ਵਿੱਚ ਪੂੰਜੀਵਾਦ ਹੋ ਗਿਆ, ਵਿਅਕਤੀਵਾਦ ਹੋ ਗਿਆ, फिर अर्बनाइजेशन हो गई, फिर जी प्रोग्रेस हो गई। और फिर उस दौरान जो राजनीतिक विचारक होए जिदा मैकावली होया या हॉब्स लॉक रूसो होए या होर विचारक होए, जिहड़ा मैकावली सीगा ਉਹਨੇ ਜਿਹੜੀ ਐਰਿਸਟੋਟਲੀਅਨ ਪੋਲਿਟਿਕਸ ਸੀਗੀ ਜਾਂ ਜਿਹੜੀ ਟ੍ਰੈਡੀਸ਼ਨਲ ਪੋਲਿਟਿਕਸ ਸੀਗੀ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਰਿਜੈਕਟ ਕਰ ਦਿੱਤਾ। ਆਈਡਲਿਜ਼ਮ ਜਿਹੜਾ ਸੀਗਾ ਪੋਲਿਟਿਕਸ ਦੇ ਵਿੱਚ ਉਹਨੂੰ ਉਹਨੇ ਰਿਜੈਕਟ ਕਰ ਦਿੱਤਾ। ਉਹਨੇ ਕਿਹਾ ਕਿ ਅਗਰ ਅਸੀਂ ਉਹਦੇ ਕਿਤਾਬ ਲਿਖੀ ਸੀ 1523 ਦੇ ਵਿੱਚ ਨਿਕਾਲਣੀ ਦੀ ਪ੍ਰਿੰਸ। ਹੁਣ ਦੀ ਪ੍ਰਿੰਸ ਦੇ ਵਿੱਚ ਉਹਨੇ ਜਿਹੜਾ ਰਾਜਾ ਹੈ और वो राजा किस तरह राज करना चाहिए या राज करने वास्ते किहड़ियां चीज़ों की लोड़ होती है उन्हें अपनी पुस्तक के विच उहदा वर्णन किया। सो कहने का मतलब ये है कि अगर असं सोशल साइंसिस की गल करिए, चाहे साइंस की गल करिए या नैचुरल साइंसिस की गल करिए, उहदे विच साइंटिफिक अप्रोच नूं जिहड़ा सीगा असीं अपनाया, जिहड़ी कि ऑब्जैक्टिव सीगी नेचर, जिहड़ी कि हर चीज़ नूं मतलब कोई भी अगर गल करनी है ਉਹਦੇ ਵਿੱਚ ਤਰਕ ਦੇਣਾ ਸ਼ੁਰੂ ਕਰ ਦਿੱਤਾ ਜਾਂ ਉਹਨੂੰ ਜਿਹੜਾ ਹੈ ਫੈਕਚੁਅਲੀ ਜਿਹੜਾ ਸੀਗਾ ਅਸੀਂ ਡਿਸਕਸ ਕਰਨਾ ਜਿਹੜਾ ਸੀਗਾ ਸ਼ੁਰੂ ਕਰ। ਸੋ ਇਹ ਸੀਗਾ ਜੀ ਮਾਡਲਿਜ਼ਮ ਦਾ ਜਿਹੜਾ ਸੀ। ਕੱਲ ਨੂੰ ਅਸੀਂ ਜਿਹੜਾ ਹੈਗਾ ਇਸ ਯੂਨਿਟ ਦੇ ਵਿੱਚ ਜਿਹੜਾ ਅਗਲਾ ਟੌਪਿਕ ਹੈ ਉਹ ਡਿਸਕਸ ਕਰਾਂਗੇ। ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਜਿਹੜਾ ਮਾਡਰਨਿਜ਼ਮ ਹੈ ਜਾਂ ਮਾਡਰਨਿਟੀ ਦਾ ਇੰਪੈਕਟ ਜਿਹੜਾ ਕਲਾਸ ਉੱਤੇ ਕੀ ਪਿਆ, ਜੈਂਡਰ ਤੇ ਕੀ ਪਿਆ, ਇਹ ਕੁਐਸਚਨ ਆਪਣੇ ਇਹ ਬਣਦੇ। ਸੋ ਹਲੇ ਆਪਣਾ ਸਿਲੇਬਸ ਜਿਹੜਾ ਹੈਗਾ ਪਿਆ ਹੋਇਆ ਹੈ। ਸੋ ਕਾਈਂਡਲੀ ਇਹਨਾਂ ਲੈਕਚਰਸ ਨੂੰ ਧਿਆਨ ਨਾਲ ਜਿਹੜਾ ਹੈਗਾ ਸੁਣੋ, ਤਾਂ ਹੀ ਤੁਹਾਨੂੰ ਕੁਝ ਪੱਲੇ ਪੈਣਾ। ਅਦਰਵਾਈਜ਼ ਇਹ ਕੁਐਸਚਨ ਕਰ ਹੀ ਨਹੀਂ। ਥੈਂਕ ਯੂ ਵੈਰੀ ਮਚ। So thank you for attending this virtual class. मतलब ध्यान से लेक्चर मत देना। So मेरे को ताही है कि समझ लगेगा।